नाज़रीन, आप देख रहे हैं वॉइस ऑफ पंजाब और मैं हूं हाफिज़ खालिद। आज हम वॉइस ऑफ पंजाब के प्लेटफॉर्म पर आपको जिस गांव का विज़िट करवा रहे हैं और यहां के मसाइल जो आपके सामने लेके आएंगे, आप हैरान हो जाएंगे कि ये लोग किस तरह माइनस की ज़िंदगी गुजार रहे हैं। आज हम आए हैं आरीवाला के गाँव 39 ईबी के अंदर। इसको 39 जोइयाँ वाले भी कहते हैं। जोइये एक कौम है पाकिस्तान के अंदर रहने वाली, तो यहाँ पर जो ज़्यादा लोग रहायशी हैं वो जोइये बरादरी से ताल्लुक़ रखने वाले लोग ज़्यादा हैं। तो आएँ आज इनसे आपकी मुलाकात करवाते हैं और इनसे पूछते हैं कि ये ज़िंदगी किस तरह गुजार रहे हैं इस गांव के अंदर और इनके साथ कौन कौन से मसाइल वाबस्ता हैं। अस्सलाम वालेकुम भाईजान। वालेकुम सलाम जी। भाईजान क्या नाम है आपका? महमूद अहमद। महमूद भाई, ਅਸੀਂ ਤੁਹਾਡੇ गाँव 'ਚ ਆਏ ਹਾਂ 39 ਈਬੀ 'ਚ। ਅਸੀਂ ਤੁਹਾਡੇ ਤੋਂ ਮਿਲਣ ਤੋਂ ਪਹਿਲਾਂ ਪੂਰਾ ਪਿੰਡ ਵਿਜ਼ਿਟ ਕਰ ਚੁੱਕੇ ਹਾਂ ਤੇ ਸਾਨੂੰ ਇੱਥੇ ਕੋਈ ਬੁਨਿਆਦੀ ਸਹੂਲੀਅਤ ਦੇ ਵਿੱਚ ਕੋਈ ਚੀਜ਼ ਨਜ਼ਰ ਨਹੀਂ ਆਈ। ਜ਼ਿੰਦਗੀ ਤੁਸੀਂ ਗੁਜ਼ਾਰ ਰਹੇ ਹੋ, ਤੁਹਾਡਾ ਇਹਦੇ ਤੇ ਕੀ ਮੌਕਫ ਆ? ਸਾਡਾ ਮੌਕਫ ਇਹ ਹੀ ਹੈ ਜੀ ਕਿ ਸਾਡੇ ਪਿੰਡ ਦੇ ਜਿਹੜਾ ਨਾ ਮਸਾਇਲ ਜਿਹੜੇ ਹੈਗੇ ਨੇ ਉਹ ਅੱਜ ਤੋਂ ਤਕਰੀਬਨ ਜਦੋਂ ਦਾ ਪਾਕਿਸਤਾਨ ਬਣਿਆ ਉਦੋਂ ਦੇ ਮਸਾਇਲ ਚੱਲਦੇ ਆ ਰਹੇ ਨੇ। ਇਹ ਪਿੰਡ ਪਾਕਿਸਤਾਨ ਤੇ ਇੰਡੀਆ ਦੀ ਪਾਰਟੀਸ਼ਨ ਤੋਂ ਮੌਜੂਦ 'ਚ ਆਇਆ ਜਾਂ ਬਾਅਦ 'ਚੋਂ ਆਇਆ? ਇਹ ਬਾਅਦ 'ਚ ਆਇਆ। ਬਾਅਦ 'ਚੋਂ ਆਇਆ ਜੀ। ਲੇਕਿਨ ਇਹ ਹੈ ਕਿ ਸਾਰਾ ਜਿਹੜਾ ਨਾ ਆ ਮਸਾਇਲ ਸਾਡੇ ਹੈਗੇ ਨੇ, ਸੜਕਾਂ ਹੋ ਗਈਆਂ ਔਰ ਸੀਵਰੇਜ ਦਾ ਹੈ ਪ੍ਰੋਸੀਜਰ ਜੋ ਵੀ ਹੈਗਾ ਉਹ ਸਾਰਾ ਮਸਾਇਲ ਇਹ ਵਿੱਚ ਆ ਜਾਂਦਾ ਹੈ। ਇੱਥੇ ਕਿੰਨੇ ਘਰ ਆਬਾਦ ਆ ਟੋਟਲ ਇਸ ਪਿੰਡ ਦੇ ਵਿੱਚ? ਕਿੰਨੇ ਘਰਾਣੇ ਨੇ? ਤਕਰੀਬਨ 300 ਘਰਾਣਾ ਹੈਗਾ। 300 ਘਰਾਣੇ ਦੇ ਵੋਟ ਅੰਦਾਜ਼ੇ ਨਾਲ ਕਿੰਨੇ ਕੁ ਬਣ ਜਾਂਦੇ ਹੋਣੇ? ਤਕਰੀਬਨ ਕੁਲਾਮਸਮ 1200-1300 ਤਕਰੀਬਨ 1200 ਵੋਟ ਤੁਸੀਂ ਦਿੰਦੇ ਹੋ ਤੇ ਸੀਵਰੇਜ ਦਾ ਨਿਜ਼ਾਮ ਔਰ ਸੜਕਾਂ ਦਾ ਨਿਜ਼ਾਮ ਬਿਲਕੁਲ ਜ਼ੀਰੋ। ਬਿਲਕੁਲ ਜ਼ੀਰੋ ਜੀ। ਅੱਜ ਤੱਕ ਜਿਤਨੇ ਵੀ ਇੱਥੇ ਆਏ ਨੇ ਐਮਪੀ ਐਮਐਲਏ ਜੋ ਕੁਝ ਵੀ ਆਂਦਾ ਰਿਹਾ ਨਾ, ਕੁਛ ਕਿਸੇ ਨੇ ਵੀ ਕੁਝ ਨਹੀਂ ਕੀਤਾ। ਸਾਨੂੰ ਇੱਥੇ ਲਾਰੇ ਲਾ ਕੇ ਟੁਰ ਜਾਂਦੇ ਨੇ। ਤੇ ਉਸ ਤੋਂ ਬਾਅਦ ਬਸ ਕੋਈ ਨਹੀਂ ਆਂਦਾ, ਪੁੱਛਦਾ ਹੀ ਨਹੀਂ, ਕਿਸੇ ਦੀ ਫੌਤਗੀ ਤੇ ਨਹੀਂ ਆ ਸਕਦੇ। ਇਹੀ ਮਸਲੇ ਨੇ ਸਾਰੇ ਸਾਡੇ। ਸੜਕ ਜਿਹੜੀ ਹੈ ਸਾਰੀ ਉਹ ਸਾਡੀ ਖਰਾਬ ਹੈਗੀ ਹੈ। ਬਾਰਿਸ਼ ਪੈ ਜਾਏ ਅਸੀਂ ਮਰੀਜ਼ ਕਿਸੇ ਨੂੰ ਲੈ ਕੇ ਨਹੀਂ ਜਾ ਸਕਦੇ ਸ਼ਹਿਰ। ਤੁਹਾਨੂੰ ਇੱਥੇ ਬੁਨਿਆਦੀ ਮਰਕਜ਼ ਦੀ ਸਹੂਲਤ ਮੌਜੂਦ ਹੈ? ਨਹੀਂ ਜੀ, ਬਿਲਕੁਲ ਬੁਨਿਆਦੀ ਮਰਕਜ਼ ਨਹੀਂ ਹੈਗਾ ਤਾਂ ਕਿੰਨੇ ਕਿਲੋਮੀਟਰ ਤੇ ਆ? ਹੈ ਤਕਰੀਬਨ 2 ਕਿਲੋਮੀਟਰ ਤੇ। ਅਗਰ ਤੁਹਾਡਾ ਕੋਈ ਪੇਸ਼ੈਂਟ ਸੀਰੀਅਸ ਹੋਵੇ, ਪੇਸ਼ੈਂਟ ਤੁਹਾਡਾ ਕਿੱਥੇ ਲੈ ਕੇ ਜਾਂਦੇ ਹੋ? ਆਰਾਵਾਲਾ ਜਾਂ ਪਾਕਪਤਨ? ਆਰਾਵਾਲਾ। ਕਿੰਨੇ ਕਿਲੋਮੀਟਰ ਆਰਾਵਾਲਾ? ਆਰਾਵਾਲਾ ਹੈ 12-13 ਕਿਲੋਮੀਟਰ। ਮੁਹਤਰਮ 12 ਕਿਲੋਮੀਟਰ ਆਰਾਵਾਲਾ। ਤੁਹਾਡਾ ਡਿਲੀਵਰੀ ਕੇਸ ਖੁਦਾ ਨਾ ਖਾਸਤਾ ਅਗਰ ਹੋਵੇ, ਤੁਹਾਡੇ ਰੋਡ ਦੀ ਜਿਹੜੀ ਕੰਡੀਸ਼ਨ ਆ ਤੇ ਤੁਸੀਂ ਉਹਨੂੰ ਕਿਵੇਂ ਹੈਂਡਲ ਕਰਦੇ ਹੋ? ਰਈਸ ਤੇ ਮਰੀਜ਼ ਤੁਹਾਡਾ ਤੇ ਰਾਹ 'ਚ ਰਹਿ ਜਾਂਦਾ ਹੋਣਾ। ਉਹ ਮਸਲਾ ਬਹੁਤ ਪਚੀਦਾ ਹੈ। ਨਹੀਂ, ਇਸ ਤਰ੍ਹਾਂ ਫੌਤ ਹੋ ਚੁੱਕੇ ਨੇ। ਕਿੰਨੀਆਂ ਮੌਤਾਂ ਹੋ ਚੁੱਕੀਆਂ ਤੁਹਾਡੇ ਰੋਡ ਦੀ ਵਜ੍ਹਾ ਨਾਲ ਜਾਂ ਬੁਨਿਆਦੀ ਮਰਕਜ਼ ਦੇ ਨਾ ਹੋਣ ਦੀ ਵਜ੍ਹਾ ਨਾਲ? ਇਹੀ 4-5 ਮੌਤਾਂ ਹੋ ਚੁੱਕੀਆਂ। ਪਾਕਿਸਤਾਨ 'ਚ ਕੁਝ ਨਜ਼ਰ ਆਇਆ? ਕੁਛ ਨਹੀਂ ਸਾਨੂੰ ਨਜ਼ਰ ਆ ਰਿਹਾ। ਇਸ ਤੋਂ ਪਿਛਲੀਆਂ ਹਕੂਮਤਾਂ 'ਚ ਤੁਹਾਨੂੰ ਕੀ ਲੱਗਿਆ, ਕੀ ਫਰਕ? ਸਾਨੂੰ ਪਿਛਲੀਆਂ ਹਕੂਮਤਾਂ ਨੇ ਵੀ ਕੁਝ ਨਹੀਂ ਦਿੱਤਾ ਤੇ ਨਾ ਹੋਣ ਵਾਲੀ ਨਹੀਂ ਦਿੱਤਾ। ਬਾਬਾ ਜੀ ਕੀ ਨਾਂ ਤੁਹਾਡਾ? ਮੁਹੰਮਦ ਅਸਲਮ। ਅਸਲਮ ਭਾਈ, ਅਸੀਂ ਤੁਹਾਡੇ ਪਿੰਡ 'ਚ ਆਏ ਹਾਂ ਤਾਂ ਇੱਥੇ ਦੇਖਿਆ ਕਿ ਬੁਨਿਆਦੀ ਸਹੂਲੀਅਤ ਇੱਥੇ ਬਿਲਕੁਲ ਨਹੀਂ ਹੈਗੀ। ਲੋਕ ਜੰਗਲ ਦੀ ਜ਼ਿੰਦਗੀ ਗੁਜ਼ਾਰ ਰਹੇ ਆ। ਤੁਸੀਂ ਵੋਟ ਦਿੰਦੇ ਹੋ, ਪਾਕਿਸਤਾਨ ਦੇ ਸ਼ਹਿਰੀ ਹੋ, 1 ਰੁਪਏ ਤੋਂ ਲੈ ਕੇ ਲੱਖ ਰੁਪਏ ਦੀ ਸ਼ਾਇਦ ਤੁਸੀਂ ਟੈਕਸ ਪੇਡ ਕਰਦੇ ਹੋ। ਤੁਹਾਡਾ ਰਾਈਟ ਹੈ, ਤੁਸੀਂ ਗੌਰਮੈਂਟ ਕੋਲੋਂ ਆਪਣੇ ਮੁਤਾਲਬਾਤ ਮਨਵਾ ਸਕੋ। ਤੁਸੀਂ ਕੀ ਕਹੋਗੇ? ਇੱਥੋਂ ਲੈ ਕੇ ਤਕਰੀਬਨ 2 ਕਿਲੋਮੀਟਰ ਸਾਡਾ ਕਬਰਸਤਾਨ ਹੈ ਜਿਹਨੂੰ ਰਸਤਾ ਕੋਈ ਨਹੀਂ। ਅਗਰ ਬਾਰਿਸ਼ ਹੋ ਜਾਏ ਤਾਂ ਉੱਥੇ ਪੈਦਲ ਬੰਦਾ ਉਹ ਸੜਕ 'ਤੇ ਨਹੀਂ ਗੁਜ਼ਰ ਸਕਦਾ। ਜਨਾਜ਼ਾ ਜਾਣਾ ਤੇ ਕਹਿਣਾ ਤੇ ਚੀਜ਼। ਜੀ ਜੀ। ਦੂਸਰਾ ਹੈ ਕਿ ਸਾਡੇ ਪਿੰਡ ਦੇ ਵਿੱਚ 2 ਸਕੂਲ ਨੇ ਪ੍ਰਾਇਮਰੀ ਬੱਚਿਆਂ ਦਾ ਔਰ ਬੱਚਿਆਂ ਦਾ, ਮਿਡਲ ਕੋਈ ਨਹੀਂ। ਸਾਡੀਆਂ ਬੱਚੀਆਂ ਪ੍ਰਾਇਮਰੀ ਤੱਕ ਪੜ੍ਹ ਕੇ ਉਸ ਤੋਂ ਬਾਅਦ ਘਰ ਬੈਠ ਜਾਂਦੀਆਂ ਨੇ। ਬੱਚੇ ਵੀ ਤਕਰੀਬਨ ਬਹਿ ਜਾਂਦੇ ਨੇ, ਗਰੀਬ ਦੂਰ ਨਹੀਂ ਭੇਜ ਸਕਦਾ, ਉਹ ਵੀ ਬਹਿ ਜਾਂਦੇ ਨੇ। 2 ਇਸ਼ੂ ਹੋ ਗਏ। 3 ਹੋ ਗਏ ਤੁਹਾਡੇ ਸਾਹਮਣੇ, ਕਬਰਸਤਾਨ ਵਾਲਾ, ਸੜਕ ਵਾਲਾ, ਇਹ ਪੋਲ ਸਾਹਮਣੇ, ਸਕੂਲ ਵਾਲਾ। ਸਾਡੇ ਪਿੰਡ ਦੇ ਵਿੱਚ ਜਿਸ ਵੀ ਜਗ੍ਹਾ 'ਤੇ ਕੋਈ ਅੰਨੀ ਨਹੀਂ ਰੱਖ ਕੇ ਬੋਰ ਕਰ ਲੈ, ਪਾਣੀ ਪੀਣ ਵਾਲਾ ਨਹੀਂ ਨਿਕਲੇਗਾ। ਇੱਕ ਹੈ ਸੜਕ ਕਬਰਸਤਾਨ ਤੱਕ। ਇੱਕ ਫਿਲਟਰ ਪਲਾਂਟ ਚੱਕ ਦੇ ਵਿਚਾਲੇ ਲੱਗੇ, ਇਹ ਨਹੀਂ ਕਿ ਕਿਸੇ ਦੇ ਘਰ ਅੱਗੇ ਲੱਗ ਜਾਏ। ਨਹੀਂ, ਕਿਸੇ ਦਾ ਉਹ ਮਲਕੀਅਤ ਤੇ ਨਹੀਂ, ਕਿਉਂਕਿ ਸਾਰੇ ਪਿੰਡ ਨੂੰ ਦਰਮਿਆਨ 'ਚ ਪਾਣੀ ਵਿਚਾਲੇ ਲੱਗੇ। ਹਰ ਬੰਦਾ ਉੱਥੋਂ ਪਾਣੀ ਘਰ ਭਰ ਸਕਦਾ। ਹੁਣ ਬੱਚੇ ਸਾਡੇ ਤੇ ਬੱਚੀਆਂ ਪਾਣੀ ਬਾਹਰੋਂ ਟਰਪੈਨ ਤੋਂ ਲੈ ਕੇ ਆਉਂਦੇ ਨੇ ਪੀਣ ਵਾਸਤੇ। ਇੱਥੇ ਪਾਣੀ ਕੋਈ ਨਹੀਂ। ਲੇਕਿਨ ਐਮਪੀ ਐਮਐਲਏ ਸਾਡੀ ਕੋਈ ਨਹੀਂ ਸੁਣਦਾ। ਠੀਕ ਹੈ, ਅਸੀਂ ਇਸੇ ਵਾਸਤੇ ਹੁਣ ਖਾਮੋਸ਼ ਹੋ ਗਏ ਹਾਂ। ਇਸ ਹੋ गए हैं कि यार ये तो सुननी किसी ने नहीं, तो फिर फ़ायदा कोई नहीं है, हमें भजे। बुज़ुर्गों की बात सुनी कि यहाँ पे सहूलियात का जो है ना वो ना होना है, और मैं सुन के हैरान हूँ कि ये लोग ज़िंदगी कैसे गुजार रहे हैं। यहाँ पर हमारे साथ एक स्टूडेंट मौजूद हैं, उनसे भी जानते हैं कि उनका क्या मौक़िफ़। अस्सलाम वालेकुम भाईजान। वालेकुम सलाम। भाईजान क्या नाम है आपका? मोहम्मद साकिब। साकिब भाई, हम आपके गाँव में आए हैं, यहाँ पे देखा है कि बुनियादी सहूलियात बिल्कुल नहीं है, और आप कैसी ज़िंदगी गुजार रहे हैं? आप इस मुल्क के शहरी हैं, टैक्स देते हैं गवर्नमेंट को, वोट कास्ट करते हैं, तो आप क्या कहेंगे इसके ऊपर? भाई हमारे गांव में ना जब से मेरी उम्र अब तक 25 साल हो गया, मैंने कोई एक सहूलत भी नहीं देखी। हर एमएनए एमपी हमारे गांव आया इलेक्शन से पहले और वादे करके भी गया बाकायदा। और आज से 1 साल पहले हमारे गांव में ना
कि मतलब 3-4 बच्चों की डेथ भी हो चुकी है पानी की वजह से। हमारे गांव का पानी इतना ख़राब है कि जिसकी कोई हद नहीं। बाकायदा एक टीचर की भी यहाँ पे डेथ हो चुकी है और क्लियर कि उसकी रिपोर्ट में सरकारी टीचर था? सरकारी टीचर था, वो इधर पढ़ाता था स्कूल में। बाकायदा उसकी रिपोर्ट में उन्होंने लिखा भी है, उसके लाहौर जाके टेस्ट हुए थे खून के, और उन्होंने बताया कि इसकी पानी की वजह, पानी गंदा था जो पीता था, उसकी वजह से इसकी डेथ हुई है। और आप जो पहले भी एक बुजुर्ग ने आपको बताया कि यहाँ के पानी के टेस्ट कराए वो सब खराब। आपके पास आते हैं सहूलियत लेने, आप उनके डेरे पे जाते हैं, तो ये तो खुला तजाद नहीं है। तो आप वो कि आपकी बात सुने यहाँ आपके गांव नहीं आते, वो इंसान है? नहीं जी, कभी भी नहीं आते, एक दफ़ा भी नहीं आते भी। आपने यहाँ पे देखा ही होगा जो हमारे कब्रिस्तान का रास्ता जाता है, अगर खुदा न खास अगर कोई डिलीवरी का केस आ जाए तो आपने देख ही लिया कितना गंदा रास्ता है। सड़क तो बहुत दूर की बात है, वहाँ पे तो कच्चा भी रास्ता इतना गंदा है कि जिसकी कोई इंतहा नहीं है। नए पाकिस्तान के अंदर आपका पैगाम क्या, इमरान खान साहब का नाम क्या, आप अपने गाँव के अंदर वो क्या चाहते हैं, कौन सी सहूलत है, कौन सी सहूलियात अगर जमा की जाए तो ज़्यादा बन रही है? मैं तो देख रहा हूँ यहाँ पर कुछ भी नहीं है, तो आपका पैगाम क्या है? हमारा पैगाम यही है कि वो डेंगू के नाम पे करोड़ों और अरबों रुपए उन्होंने खर्च किया। हमारे गांव में आपने देखा है कि कितना बड़ा छप्पड़ है, उस छप्पड़ की जगह पे एक टैंकी छोटी सी बनवाई जाए। जी नाजरीन, हम आए हैं इस वक्त 39 ईबी के अंदर और हमारे साथ 39 की आवाम जो है ना वो मौजूद है। इनके मसाइल आपने सुने, इनकी परेशानियाँ आपने सुनी। मैं तो सुन के हैरान रह गया हूँ कि ये पाकिस्तान और नए जो है ना वो पाकिस्तान के शहरी हैं, रियासत मदीना बन चुका है, लेकिन लोग जो ज़िंदगी गुजार रहे हैं, यकीन मानिए कि मैं देख के हैरान हूँ। यकीनन आप भी सोचने पर मजबूर होंगे कि बड़े बड़े मोहल्लों में बैठे हमारे वज़रा, उनको अगर एक दिन यहाँ पे रखा जाए तो मेरा ख्याल है कि पूरा पाकिस्तान ठीक हो सकता है। तो आए हम मज़ीद इसकी डिटेल आपको सुनाते हैं। अस्सलाम वालेकुम भाईजान। वालेकुम सलाम जी। भाईजान की नाम ਤੁਹਾਡਾ? नसरुल्ला जी। ਨਸਰੁੱਲਾ ਭਾਈ, ਅਸੀਂ ਤੁਹਾਡੇ ਪਿੰਡ 'ਚ ਆਏ ਨੇ, ਕਾਫੀ ਲੋਕਾਂ ਨਾਲ ਅਸੀਂ ਗੱਲ ਕੀਤੀ ਹੈ, ਗੱਪਸ਼ਪ ਲਗਾਈ, ਅਸੀਂ ਪੂਰਾ ਪਿੰਡ ਵੀ ਘੁੰਮੇ ਆ। ਤੁਸੀਂ ਆਪਣੇ ਪਿੰਡ ਦੇ ਕੀ ਮੌਕਫ ਦਿਓਗੇ? ਮੈਂ ਕਹਿੰਦਾ ਕੋਈ ਸਹੂਲਤ ਨਹੀਂ ਹੈਗੀ ਅਲਹਮਦੁਲਿਲਾ। 0% है जी। नालियाँ सोलंग वगैरह सीवरेज का पानी तक कम से कम साढ़े यानी पिंड कि ਆਪਾਂ ਕਾਊਂਟ ਹੀ ਨਹੀਂ ਕਰ ਸਕਦੇ, ਸਹੂਲਤ ਹੈ ਹੀ ਕੋਈ ਨਹੀਂ ਗੀ। कुछ भी नहीं है सहूलत। ਤੁਹਾਡੇ ਕਬਰਸਤਾਨ ਨੂੰ ਜਾਣਾ ਰੋਡ ਨਹੀਂ ਹੈਗਾ, रोड भी नहीं है कब्रिस्तान 4-5 जाने वास्ते भी लोग ਜਿਹੜੇ गरीब ने असलों ही वो तो बेचारे जाते ही नहीं थे, जी जी जा ही नहीं सकते। रश्के थे या ट्राली वगैरह तो भी जिन्ना गरीब हो तो बेचारे 2-3 दिन पै रहता जना। आप वॉइस ऑफ पंजाब के ऊपर आज विज़िट कर रहे थे 39 ईबी, ये आरिफ आला का गांव 39 ईबी तकरीबन 300 घराने के ऊपर मुहित है। हमने यहाँ के मसाइल देखे, लोगों की परेशानियाँ देखी, बुनियादी सहूलियात का फुकदान है। इस वक्त हमारे साथ गाँव के नंबरदार साहब मौजूद हैं, इनसे जानते हैं कि ये अपनी आवाम के लिए क्या जो है ना वो राय रखते हैं। अस्सलाम वालेकुम सर। वालेकुम सलाम जी। सर की नाम अपना? मोहम्मद रफीक जी। रफीक जो ये सब की हाल चाल है, ठीक ठाक हो? ठीक ठाक जी, अल्लाह दा सर, ਅਸੀਂ शुक्र ਤੁਹਾਡਾ जी। ਪੂਰਾ ਪਿੰਡ ਵਿਜ਼ਿਟ ਕੀਤਾ ਵਾ, ਤੁਸੀਂ ਆਪਣੇ ਪਿੰਡ ਦੇ ਉੱਤੇ ਆਪਣੇ ਲੋਕਾਂ ਵਾਸਤੇ ਕੀ ਮੌਕਫ ਦਿਓਗੇ? ਮੌਕਫ ਇਹ ਦੇ ਰਹੇ ਹਾਂ ਜੀ ਵੀ ਸਾਡੇ ਪਿੰਡ ਦੇ ਵਿੱਚ ਸੀਵਰੇਜ ਦਾ ਵੀ ਨਿਜ਼ਾਮ ਕੋਈ ਨਹੀਂ, ਦੂਜਾ ਸਾਫ਼ ਆਪਣਾ ਪੀਣ ਵਾਲਾ ਪਾਣੀ ਉਹ ਵੀ ਕੋਈ ਨਹੀਂ ਹੈਗਾ ਜੀ। ਔਰ ਇਹਦੇ ਤੋਂ ਇਲਾਵਾ ਸਾਡੇ ਕੋਈ ਸੜਕ, ਕੋਈ ਸਕੂਲ, ਇੱਕ ਪ੍ਰਾਇਮਰੀ ਸਕੂਲ ਹੈ ਉਹਦੇ ਨਾਲ ਵੀ ਗੰਦਾ ਛੱਪੜ ਹੈ ਜੀ ਜੀ ਇਹਦਾ। ਸਾਡਾ ਪਾਣੀ ਦਾ ਸੀਵਰੇਜ ਦਾ ਕੋਈ ਇੰਤਜ਼ਾਮ ਨਹੀਂ ਹੈਗਾ, ਕੋਈ ਰੋਡ ਨਹੀਂ ਹੈਗਾ ਜੀ ਜੀ ਤੇ ਆਪਣਾ ਬਾਜ਼ਾਰਾਂ ਦੀ ਵੀ ਹਾਲਤ ਤੁਸੀਂ ਵੇਖ ਲਈ, ਕੋਈ ਸਫਾਈ ਸੁਥਰਾਈ, ਕੋਈ ਸੋਲੰਗ, ਕੋਈ ਆਪਣਾ ਕੋਈ ਚੀਜ਼ ਵੀ ਨਹੀਂ ਹੈ। ਤੇ ਲਿਹਾਜ਼ਾ ਅਸੀਂ ਗੁਜ਼ਾਰਿਸ਼ ਕਰਨੇ ਆ ਗਵਰਨਮੈਂਟ ਪੰਜਾਬ ਅੱਗੇ ਵੀ ਸਾਡੇ ਆਪਣਾ ਕੋਈ ਨਾ ਕੋਈ ਜੀ ਜੀ ਆਪਣਾ ਬੁਨਿਆਦੀ ਸਹੂਲਤਾਂ ਨੇ ਜਿਹੜੀਆਂ ਸਾਨੂੰ ਦਿੱਤੀਆਂ ਜਾਣ। ਤੁਹਾਡੇ ਬੱਚਿਆਂ ਕੋਲ ਮਿਡਲ ਸਕੂਲ ਨਹੀਂ ਹੈਗਾ, ਸਿਰਫ ਨਹੀਂ, ਪ੍ਰਾਇਮਰੀ ਆ ਹਾਂਜੀ, ਹਾਂਜੀ, ਤੇ ਨਹੀਂ। ਸ਼ਹਿਰ ਇਥੋਂ ਬਹੁਤ ਦੂਰ ਆ, ਬਹੁਤ ਦੂਰ ਹੈ ਜੀ। ਔਰ ਇਹ ਬੱਚੇ ਜਿਹੜੇ ਆਪਣਾ ਅਸਾਸਾ ਮੁਲਕ ਦਾ, ਜੀ, ਜੀ। ਠੀਕ ਆ ਨਾ, ਤੁਸੀਂ ਇੱਥੇ ਹਾਂਜੀ, ਕੀ ਤਾਲੀਮ ਕਹੋਗੇ? ਤੋਂ ਵੀ ਅਸੀਂ ਮਹਿਰੂਮ ਆ। ਪ੍ਰਾਇਮਰੀ ਸਕੂਲ ਨੇ ਤੇ ਕੋਈ ਐਡਾ ਪੜ੍ਹਾਈ ਦਾ ਖਾਸ ਨਿਜ਼ਾਮ ਨਹੀਂ। ਅਸੀਂ ਬਹੁਤ ਆਪਣਾ ਤਕਲੀਫ ਦੇ ਵਿੱਚ ਆ। ਆਪਣਾ ਅਰਬ ਵਾਲਾ ਸ਼ਹਿਰ 18 ਕਿਲੋਮੀਟਰ ਤੇ, ਜੀ ਜੀ ਠੀਕ ਹੈ ਜੀ। ਜਾਣ ਆਉਣ ਵਾਸਤੇ ਸਾਨੂੰ ਜਨਾਬ ਮੇਰੀ ਸੜਕ ਕੋਈ ਨਹੀਂ ਹੈਗੀ, ਕੱਚੇ ਰਸਤੇ ਨੇ, ਪੀਣ ਵਾਸਤੇ ਪਾਣੀ ਕੋਈ ਨਹੀਂ। ਤੁਹਾਡੇ ਪਿੱਛੇ ਜੌਹਰ ਮੇਰਾ ਕੈਮਰਾਮੈਨ ਦਿਖਾ ਰਿਹਾ ਜੀ, ਡੇਂਗੀ ਮਕਾਓ ਪ੍ਰੋਗਰਾਮ ਤੇ ਗਵਰਨਮੈਂਟ ਇਨਵੈਸਟ ਕਰ ਰਹੀ ਆ ਕਰੋੜਾਂ ਰੁਪਏ ਤੇ ਮੁਹੀਤ ਆ, ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਹੋ ਸਕਦਾ ਤੇ ਤੁਸੀਂ ਇਹਦੇ ਤੇ ਕੀ ਕਹੋਗੇ? ਇਹਦੇ ਤੇ ਕੀ ਕਹਿਣਾ ਜੀ, ਬਿਮਾਰੀਆਂ ਆਪਣਾ ਸਾਡੇ ਜਿਹੜੇ ਬੱਚੇ ਨੇ ਉਹ ਵੀ ਬਿਮਾਰੀਆਂ ਦਾ ਸ਼ਿਕਾਰ ਨੇ ਜੀ ਜੀ। ਜੀ ਤੇ ਆਪਣਾ ਇਹਦੇ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਵੀ ਕੋਈ ਨਾ ਕੋਈ ਇੰਤਜ਼ਾਮ ਕਰੇ ਜੀ। ਕੋਈ ट्यूबवेल वगैरह ਜਿਹੜਾ गंदे नाले वाला वो ਸਾਨੂੰ ਦਿੱਤਾ ਜਾਵੇ। जी जी हाँ जी। जी नाजरीन, आपने इस गांव के नंबरदार साहब की बात सुनी कि इनके पास इनका मौक़िफ़ जो है कि इस गांव के अंदर इनकी आवाम के लिए मिडल स्कूल नहीं है। प्राइमरी तालीम जो है ना वो हर जगह पे होती है तकरीबन, तो इस गांव के अंदर प्राइमरी के बाद मिडल स्कूल ना लड़कियों का है ना लड़कों का है। इन लोगों के पास पीने का साफ़ पानी नहीं है। गवर्नमेंट ने अरबों रुपए खर्च करके शहरों के अंदर फ़िल्टर प्लांट लगाए हैं, तो ये लोग भी टैक्स देते हैं, ये लोग भी रियासत मदीना नए पाकिस्तान के ही शहरी हैं। इन लोगों को भी गवर्नमेंट ने शनाख्ती कार्ड अलाउ किया हुआ है कि आप हमारे मुल्क के शहरी हैं बस।
रहवासी हैं, तो क्या इनका हक़ नहीं है कि इन तक साफ़ पानी, तालीम, मेडिकल ये सहूलियात से ये लोग मुस्तफ़ीद हो सकें? तो ये सवालिया निशान उन वज़रा के लिए हैं जो बड़े बड़े मोहल्लों में मुहित है, और ये गरीब आवाम जिनकी वोटों के साथ ये लोग सेलेक्ट होते हैं और हमारे ऊपर जो है ना वो बड़े बड़े बन के MNA MPA की शक्ल में आते हैं, लेकिन उसके बाद ये इनको पूरे 5 साल नज़र नहीं आते कि ये लोग, ये राया किस तरह ज़िंदगी बसर कर रही है। कैमरामैन अमार शाकर के साथ हाफिज़ खालिद, वॉइस ऑफ पंजाब, डिस्ट्रिक्ट पाकपतन।